ਸਟਾਰਟਅਪ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਅੱਜ ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਤੇ ਕਿਉਂਕਿ 6 ਜੂਨ ਲੰਘ ਕੇ ਗਈ ਹੈ ਅਤੇ 6 ਜੂਨ ਖਾਸ ਕਰਕੇ ਜਿਹੜਾ ਜੂਨ ਦਾ ਇਹ ਪਹਿਲਾ ਹਫ਼ਤਾ ਹੈ ਸਿੱਖ ਪੰਥ ਵਿੱਚ, ਸਿੱਖ ਕੌਮ ਵਿੱਚ ਬੜਾ ਮਹੱਤਵਪੂਰਨ ਸਥਾਨ ਰੱਖਦਾ। ਸੋ ਇਸ ਇੱਕ ਹਫ਼ਤੇ ਦੇ ਵਿੱਚ ਕੀ ਕੁਝ ਵਾਪਰਿਆ ਸੀ ਇਹਦੇ ਬਾਰੇ ਅੱਜ ਗੱਲ ਕਰਾਂਗੇ। ਸੋ ਮੇਰੇ ਨਾਲ ਸਟੂਡੀਓ ਵਿੱਚ ਅੱਜ ਫਿਰ ਹਾਜ਼ਰ ਨੇ ਹਰਕੀਰਤ ਸਿੰਘ ਜੀ। ਹਰਕੀਰਤ ਜੀ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਹਰਕੀਰਤ ਜੀ, ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਵੀ 6 ਜੂਨ ਲੰਘ ਕੇ ਗਈ ਹੈ ਅਤੇ ਖਾਸ ਕਰਕੇ ਜਿਹੜਾ ਪਹਿਲਾ ਹਫ਼ਤਾ ਜੂਨ ਦਾ ਤੁਹਾਨੂੰ ਪਤਾ ਹੈ ਕਿ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਕੀ ਕੁਝ ਹੋਇਆ। ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ। ਬਿਨਾਂ ਸ਼ੱਕ ਜੋ ਇਸ ਪੂਰੇ ਘਟਨਾਕ੍ਰਮ ਦੇ ਵਿੱਚੋਂ ਲੰਘੇ ਨੇ ਸਾਰਿਆਂ ਨੂੰ, ਜਿਹੜੇ ਵੀ ਇਸ ਉਹਦੇ ਵਿੱਚ ਜਿਨ੍ਹਾਂ ਨੇ ਸ਼ਿਕਾਰ ਹੋਏ ਨੇ ਇਹਨਾਂ ਚੀਜ਼ਾਂ ਦੇ, ਆਪਣੀ ਹਮਦਰਦੀ ਉਹਨਾਂ ਦੇ ਨਾਲ ਹੈ। ਪਰ ਆਪਾਂ ਜਿਹੜੀ ਇਸ ਵਿਸ਼ੇ ਤੋਂ ਥੋੜ੍ਹਾ ਜਿਹਾ ਹਟ ਕੇ ਗੱਲ ਕਰਨੀ ਹੈ ਵੀ ਇੰਨੇ ਸਾਲ ਹੋ ਗਏ ਨੇ, 36-37 ਸਾਲ ਹੋ ਗਏ ਨੇ ਜਿਹੜੇ ਕਿ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ। ਉਹ ਲੋਕ ਅਜੇ ਵੀ ਇਨਸਾਫ ਲਈ ਆਪਣੇ ਤਰਸ ਰਹੇ ਨੇ। ਸੋ ਕੀ ਜਿਹੜੇ ਭਾਰਤ ਜਾਂ ਪੰਜਾਬ ਦੇ ਵਿੱਚ ਆਪਣੇ ਸਿੱਖ ਲੀਡਰਸ਼ਿਪ ਆ ਜਾਂ ਬਾਹਰ ਲੀਡਰਸ਼ਿਪ ਬੈਠੀ ਹੈ ਕਿ ਹਰ ਸਾਲ ਸਿਰਫ ਇਹਨਾਂ ਜਿਹੜੇ ਇਹ ਸਮਾਗਮ ਨੇ ਉਹਨਾਂ ਨੂੰ ਵੱਡੇ ਪੱਧਰ 'ਤੇ ਮਨਾ ਲੈਣਾ ਜਾਂ ਗਰਮ ਨਾਅਰੇ ਲਾ ਲੈਣੇ ਕਿ ਉੱਥੇ ਤੱਕ ਹੀ ਸੀਮਿਤ ਰਹਿ ਗਏ ਆ? ਜਿਹੜੇ ਲੋਕ ਉਹਦੇ ਵਿੱਚੋਂ ਲੰਘੇ ਨੇ ਉਹਨਾਂ ਦੀ ਸਾਰ ਕਿੰਨੇ ਕੁ ਲੋਕਾਂ ਨੇ ਲਈ ਹੈ? ਸਿਮਰਤ ਜੀ, ਇੱਕ ਬੜਾ ਕੁਐਸਚਨ ਹਮੇਸ਼ਾ ਮੈਂ ਆਪਣੇ ਆਪ ਨੂੰ ਜਾਂ ਬਾਕੀ ਸਭ ਜਿਹਨੂੰ ਮੈਂ ਮਿਲਦਾ ਪਰਵੰਦੇ ਸੱਜਣ ਨੂੰ ਮੈਂ ਕਰਦਾ ਹੁੰਦਾ ਹਮੇਸ਼ਾ ਕਿ ਜਿਹੜਾ ਉਹ ਹਫ਼ਤੇ ਵਿੱਚ ਨੁਕਸਾਨ ਹੋਇਆ ਸੀ ਉਹ ਨੁਕਸਾਨ ਤੋਂ ਬਾਹਰ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਪੋਲੀਟੀਕਲ ਪਾਰਟੀ ਦਾ ਹੋਇਆ? ਬਿਲਕੁਲ ਨਹੀਂ। ਦੋਨੇ ਆਪਣੇ ਸ਼ਾਇਦ 2 ਜਾਂ 3 ਪੋਲੀਟੀਕਲ ਪਾਰਟੀਆਂ ਜਿਹੜੀਆਂ ਮੇਨ ਕੰਮ ਕਰਦੀਆਂ ਨੇ ਆਪਣੇ ਇਹਦੇ ਵਿੱਚ ਹਾਂਜੀ ਕਿ ਉਹਨਾਂ ਪੋਲੀਟੀਕਲ ਦੇ ਲੀਡਰਾਂ ਨੂੰ ਕਿਸੇ ਦਾ ਨੁਕਸਾਨ ਹੋਇਆ? ਬਿਲਕੁਲ ਨਹੀਂ। ਜਾਂ ਜਿਹੜੇ ਉਸ ਟਾਈਮ ਹਰਿਮੰਦਰ ਸਾਹਿਬ ਦੇ ਅੰਦਰ ਸੀ ਉਹ ਹੱਥ ਚੱਕ ਕੇ ਬਾਹਰ ਆ ਗਏ ਸੀ ਕਿ ਉਦੋਂ ਬਾਅਦ ਉਹਨਾਂ ਦੀ ਇਮੇਜ ਦੇ ਵਿੱਚ ਉਹਨਾਂ ਦੀ ਲਾਈਫ 'ਚ ਕਿਸੇ ਦਾ ਨੁਕਸਾਨ ਹੋਇਆ? ਕਿਸੇ ਦਾ ਨਹੀਂ ਹੋਇਆ। ਬਿਲਕੁਲ ਨਹੀਂ ਹੋਇਆ। ਜਿਨ੍ਹਾਂ ਨੇ ਭੁਗਤਿਆ ਹੈ, ਜਿਨ੍ਹਾਂ ਨੇ ਹੱਡ ਬੀਤੀਆਂ ਨੇ, ਜਿਨ੍ਹਾਂ 'ਤੇ ਉਹ ਅੱਜ ਵੀ ਉਸ ਚੀਜ਼ ਨੂੰ ਯਾਦ ਕਰਦੇ ਨੇ। ਸ਼ਾਇਦ ਅਸੀਂ ਇਹ ਜਿਹੜਾ ਹਫ਼ਤਾ ਹੈ ਜਾਂ ਉਸ ਬਹੁਤ ਮਾੜੀ ਜਿਹੜੀ ਘਟਨਾ ਹੋਈ ਸੀ ਜਿਹੜੀ ਕਦੇ ਨਹੀਂ ਹੋਣੀ ਚਾਹੀਦੀ ਸੀ, ਜੇ ਸਾਡੇ ਲੀਡਰ ਉਸ ਚੀਜ਼ ਨੂੰ ਬਚਾਉਣਾ ਚਾਹੁੰਦਾ ਬਚਾ ਸਕਦੇ ਸੀ। ਬਿਲਕੁਲ ਜੀ। ਸਭ ਤੋਂ ਪਹਿਲੀ ਗੱਲ ਤਾਂ ਇਹ ਚੀਜ਼ ਹੈ। ਹਾਂਜੀ। ਦੂਸਰੀ ਗੱਲ, ਉਹਨਾਂ ਨੇ ਉਹ 'ਚ ਪਾਰਟੀਸਪੇਟ ਕੀਤਾ ਲੇਕਿਨ ਜਦ ਉਹਨਾਂ ਦੇ ਆਣ ਪਈ ਤਾਂ ਕੁਝ ਜਿਹੜੇ ਸਿੰਘ ਸੂਰਮੇ ਸੀ ਉਹ ਅੰਦਰ ਰਹਿ ਗਏ ਅਤੇ ਉਹ ਬਾਹਰ ਆ ਗਏ ਅਤੇ ਉਹਨਾਂ ਨੇ ਉਹ ਵੀ ਆਪਣੇ 'ਤੇ ਵਾਪਰਨ ਨਹੀਂ ਦਿੱਤਾ ਹੈ। ਬਿਲਕੁਲ ਜੀ। ਹਰਕੀਰਤ ਜੀ, ਇਸ ਤਰ੍ਹਾਂ ਦੇ ਵੀ ਦਸਤਾਵੇਜ਼ ਹੁਣ ਬਾਹਰ ਆਏ ਨੇ ਵੀ ਜਿਹੜਾ ਇਹ ਸਾਰਾ ਘਟਨਾਕ੍ਰਮ ਹੋਇਆ ਦਰਬਾਰ ਸਾਹਿਬ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਪੰਥ ਦੇ ਨਾਲ ਸੰਬੰਧਿਤ ਲੀਡਰ ਸੀ ਉਹ ਵੀ ਸ਼ਾਮਲ ਸੀ। ਉਹ ਵੀ ਚਾਹੁੰਦੇ ਸੀ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇ ਤਾਂ ਜਿਹੜਾ ਇੱਥੇ ਜੋ ਕੁਝ ਹੋ ਰਿਹਾ ਉਹਨੂੰ ਰੋਕਿਆ ਜਾਵੇ। ਅਤੇ ਜੇ ਉਹੀ ਲੀਡਰਸ਼ਿਪ ਸਾਰਥਕ ਜਿਹੜੇ ਕਦਮ ਪੁੱਟਦੀ, ਜੋ ਸਾਰਥਕ ਸਿਰਦਤਾ ਦੇ ਨਾਲ ਕੰਮ ਕਰਦੀ, ਮੇਰਾ ਖਿਆਲ ਉਹ ਕਿਸੇ ਹੋਰ ਤਰ੍ਹਾਂ ਵੀ ਉਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀ। ਦੇਖੋ ਸਿਮਰਤ ਜੀ, ਮੈਂ ਇਹ ਗੱਲ ਸੋਚਦਾ ਕਿ ਜਿਹੜੀ ਯੂਥ ਹੁੰਦੀ ਹੈ, ਹਾਂਜੀ, ਕੋਈ ਪਾਵਰ ਹੈ, ਇੱਕ ਐਨਰਜੀ ਹੈ, ਅਤੇ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਹੈ ਕਿ ਉਸ ਐਨਰਜੀ ਨੂੰ ਇੱਕ ਡਾਇਰੈਕਸ਼ਨ ਦੇਣਾ, ਚੈਨਲਾਈਜ਼ ਕਰਨਾ। ਹਾਂਜੀ। ਜੇ ਤੁਸੀਂ ਉਹਨੂੰ ਪੋਜ਼ੀਟਿਵ ਵੇ ਨਾਲ ਚੈਨਲਾਈਜ਼ ਕਰ ਦੋਗੇ ਤਾਂ ਉਹਦੇ ਬਹੁਤ ਪੋਜ਼ੀਟਿਵ ਰਿਜ਼ਲਟ ਮਿਲਣਗੇ। ਪਰ ਮੈਨੂੰ ਨਹੀਂ ਲੱਗਦਾ ਉਹਦੇ 'ਚ ਉਹਨਾਂ ਨੇ ਸਹੀ ਆਪਣਾ ਰੋਲ ਅਦਾ ਕੀਤਾ ਔਰ ਉਹਨੂੰ ਚੈਨਲਾਈਜ਼ ਕਰਕੇ ਜਿਸ ਪਾਸੇ ਨੂੰ ਲੈ ਕੇ ਗਏ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਘਟਨਾ ਤੋਂ ਬਾਅਦ ਉਦੋਂ ਬਾਅਦ ਜਿਹੜੀਆਂ ਵੀ ਘਟਨਾਵਾਂ ਹੋਈਆਂ ਨੇ, ਜਿਹੜਾ ਕਿ ਬੀਤਿਆ ਪੰਜਾਬ ਦੇ ਉੱਪਰ ਆਫਟਰ 84 ਤੋਂ ਲੈ ਕੇ 93 ਤੱਕ, ਉਹ ਲੋਕਾਂ ਦੇ ਸਾਹਮਣੇ ਹੈ। ਬਿਲਕੁਲ ਜੀ। ਅੱਛਾ, ਇੱਕ ਚੀਜ਼ ਮੈਂ ਹੋਰ ਕਹਿਣਾ ਕਿ ਇਹਦੇ ਸਾਰੇ ਦੇ ਵਿੱਚ ਖੋਇਆ ਕਿਹਨੇ ਆ? ਖੋਇਆ ਕਿਸੇ ਪਾਰਟੀ ਨੇ ਖੋਇਆ? ਬਿਲਕੁਲ ਨਹੀਂ। ਕਿਸੇ ਲੀਡਰਾਂ ਨੇ ਖੋਇਆ? ਬਿਲਕੁਲ ਨਹੀਂ ਖੋਇਆ। ਖੋਇਆ ਅਸੀਂ ਪੰਜਾਬੀਆਂ ਨੇ। ਪੰਜਾਬ ਨੇ ਖੋਇਆ। ਪੰਜਾਬ ਨੇ ਆਪਣੀ ਮਹੱਤਤਾ, ਪੰਜਾਬ ਨੇ ਆਪਣੀ ਡਾਇਰੈਕਸ਼ਨ, ਪੰਜਾਬ ਨੇ ਆਪਣੇ ਰਿਸੋਰਸਿਸ, ਪੰਜਾਬ ਨੇ ਆਪਣਾ ਯੂਥ, ਸਭ ਕੁਝ ਪੰਜਾਬ ਨੇ ਖੋਇਆ। ਪਰ ਅੱਜ ਵੀ ਜੇ ਅਸੀਂ 37 ਸਾਲ ਬਾਅਦ ਵੀ ਇਸ ਚੀਜ਼ ਨੂੰ ਨਹੀਂ ਸਮਝਾਂਗੇ ਤਾਂ ਫਿਰ ਅਸੀਂ ਕਦੇ ਵੀ ਸਮਝ ਨਹੀਂ ਪਾਵਾਂਗੇ ਇਸ ਚੀਜ਼ ਨੂੰ। ਉਹੀ ਗੱਲ ਹੈ ਹਰਕੀਰਤ ਜੀ, ਆਪਾਂ ਉਸ ਵਿਸ਼ੇ 'ਤੇ ਅੱਜ ਗੱਲ ਕਰਨੀ ਹੈ ਵੀ ਚਲੋ ਜਿਹੜਾ ਇਹ ਘਟਨਾ ਵਾਪਰ ਗਈ ਇਹਨੂੰ ਰੋਕਿਆ ਜਾ ਸਕਦਾ ਸੀ, ਨਹੀਂ ਰੋਕਿਆ। ਹੁਣ 37 ਸਾਲ ਹੋ ਗਏ ਨੇ, ਹਰ ਸਾਲ ਆਪਾਂ ਵੱਡੇ ਪੱਧਰ 'ਤੇ ਇਹਦੇ ਸਮਾਗਮ ਹੁੰਦੇ ਨੇ। ਖਾਸ ਕਰਕੇ ਜਿਹੜਾ ਵੱਡਾ ਸਮਾਗਮ ਹਰਿਮੰਦਰ ਸਾਹਿਬ ਦੇ ਵਿੱਚ ਹੁੰਦਾ ਅਕਾਲ ਤਖ਼ਤ ਸਾਹਿਬ 'ਤੇ, ਹਰ ਸਾਲ ਉੱਥੇ ਅਲੱਗ-ਅਲੱਗ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ। ਹਾਂਜੀ। ਖਾਲਿਸਤਾਨ ਦੇ ਨਾਅਰੇ ਲੱਗਦੇ ਨੇ, ਗਰਮ ਤਕਰੀਰਾਂ ਹੁੰਦੀਆਂ ਨੇ। ਫਿਰ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਇੱਕ ਦੂਜੇ ਦੇ ਨਾਲ ਕੁਰਬਾਨੀ, ਗਾਲੋ ਗਾਲੀ, ਪੱਗੋ ਪੱਗੀ ਵੀ ਹੁੰਦੇ ਦੇਖੇ ਨੇ। ਅਤੇ ਇਸ ਚੀਜ਼ ਨੂੰ ਜੇ ਆਪਾਂ ਮੱਦੇਨਜ਼ਰ ਰੱਖੀਏ ਵੀ ਕੀ ਜਿਹੜੇ ਇਹ ਲੋਕ ਨੇ ਸਿਰਫ ਆਪਣੀ ਸਿਆਸਤ ਚਮਕਾ ਰਹੇ ਨੇ
ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਉਹਨਾਂ ਲੋਕਾਂ ਬਾਰੇ ਕਦੀ ਇਹਨਾਂ ਨੇ ਸੋਚਿਆ ਜਿਨ੍ਹਾਂ ਨੇ ਉਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਲੰਘੇ ਨੇ, ਆਪਣੇ ਪਿੰਡੇ ਤੇ ਉਹ ਸਾਰਾ ਕੁਝ ਜਿਹੜਾ ਦਿਖਾਂਤ ਹੰਡਾਇਆ, ਤੇ ਲੋਕ ਜਿਹੜੇ ਨੇ ਅਜੇ ਵੀ ਆਪਣੇ ਇਨਸਾਫ ਲਈ ਤਰਸ ਰਹੇ ਨੇ, ਪਰ ਇਹ ਲੋਕ ਨੇ ਸਿਰਫ ਅਜੇ ਤੱਕ ਵੀ ਉਸੇ ਚੀਜ਼ ਤੇ ਜਿਹੜੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਸਿਮਰ ਜੀ ਦੇਖੋ, ਜਿਹੜੇ ਉਸ ਟਾਈਮ ਦੇ ਵਿਕਟਮ ਸੀ, ਹਾਂਜੀ, ਉਹਨਾਂ ਦੇ ਬੱਚੇ, ਉਹ ਔਰਤਾਂ ਜਿਨ੍ਹਾਂ ਦੇ ਆਪਣੇ ਅੱਖਾਂ ਦੇ ਸਾਹਮਣੇ ਪਰਿਵਾਰ ਨੂੰ ਆਪਣਿਆਂ ਨੂੰ ਮਰਦੇ ਦੇਖਿਆ, ਜਲਦੇ ਦੇਖਿਆ, ਉਹ ਸਿਰਫ ਇੱਕ ਕੁਰਲਾਉਂਦੀਆਂ ਮਰ ਗਈਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਕਿ ਉਹ ਜਿੰਨਾ ਚਿਰ ਜੀਆਂ ਹੋਣਗੀਆਂ ਕਿ ਉਹਨਾਂ ਦਾ ਵਿਸ਼ਵਾਸ ਰੱਬ ਦੇ ਉੱਪਰ ਜਾਂ ਕਿਸੇ ਦੇ ਪ੍ਰਤੀ ਉਹ ਟੁੱਟਿਆ ਹੋਏਗਾ ਜਾਂ ਬੜਿਆ ਹੋਏਗਾ। ਉਹ ਕੀ ਉਹਨਾਂ ਦੇ ਮਨੋਵਿਗਿਆਨਕ ਕੀ ਉਹਨਾਂ ਦੇ ਹਾਲਾਤ ਹੋਣਗੇ। ਸੋ ਅਸੀਂ ਇਹ ਚੀਜ਼ ਨੂੰ ਸਿਰਫ ਯਾਦ ਕਰਕੇ ਕਿਤਾਬਾਂ 'ਚ ਜਾਂ ਸਿਰਫ ਫੇਸਬੁੱਕ ਦੇ ਉੱਪਰ ਅਸੀਂ ਲਾਈਕ ਕਰਕੇ ਉਹਨੂੰ ਛੱਡ ਦਿੰਦੇ ਹਾਂ। ਪਰ ਮੈਂ ਇਹ ਸੋਚਦਾ ਕਿ ਅਸੀਂ ਜਿਹੜੀ ਸਾਡੀ ਅੰਤਰਾਤਮਾ ਨਾ, ਉਹ ਕਿਤੇ ਨਾ ਕਿਤੇ ਮਰ ਚੁੱਕੀ ਹੈ। ਅਸੀਂ ਸਿਰਫ ਇਹਨੂੰ ਅਸੀਂ ਪੋਲੀਟੀਕਲ ਜਾਂ ਇਹਨੂੰ ਅਸੀਂ ਦੁਨਿਆਵੀ ਤੌਰ 'ਤੇ ਯਾਦ ਰੱਖਿਆ ਹੋਇਆ, ਪਰ ਜੇ ਅਸੀਂ ਕਹੀਏ ਵੀ ਅਸੀਂ ਇਹਨੂੰ ਵਿਚਾਰਮਕ ਤੌਰ ਦੇ ਉੱਪਰ, ਇੱਕ ਅਖਲਾਕੀ ਤੌਰ ਦੇ ਉੱਪਰ ਇਹਨੂੰ ਯਾਦ ਰੱਖਿਆ, ਤਾਂ ਬਿਲਕੁਲ ਗਲਤ ਗੱਲ ਹੈ। ਉਸ ਚੀਜ਼ ਨੂੰ ਕਿਸੇ ਨੇ ਯਾਦ ਨਹੀਂ ਰੱਖਿਆ ਹੈਗਾ ਉਸ ਚੀਜ਼ ਨੂੰ, ਕਿਉਂਕਿ ਜੇ ਉਹ ਯਾਦ ਹੁੰਦਾ ਤਾਂ ਸਾਡੀਆਂ ਪਾਰਟੀਆਂ, ਸਾਡੇ ਲੋਕ ਉਸ 'ਤੇ ਕੰਮ ਕਰਦੇ। ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਖਾਲਿਸਤਾਨ ਦਾ ਮਤਲਬ ਕੀ ਹੈ? ਜਿੱਥੇ ਖਾਲਸ ਰਹਿੰਦਾ। ਖਾਲਿਸ ਕੌਣ ਰਹਿੰਦਾ? ਜਿੱਥੇ ਪਿਓਰ ਬੰਦੇ ਰਹਿੰਦੇ ਨੇ, ਪਿਓਰ ਇਨਸਾਨ ਰਹਿੰਦਾ। ਸਭ ਤੋਂ ਪਹਿਲਾਂ ਮੈਂ ਇੱਕ ਬੜੀ ਸਿੰਪਲ ਐਗਜ਼ਾਮਪਲ ਦਿੰਦਾ। ਇੱਕ ਪਲਾਟ ਨੂੰ ਲੈ ਕੇ, ਇੱਕ ਜਗ੍ਹਾ ਨੂੰ ਲੈ ਕੇ ਨਾਮ ਖਾਲਿਸਤਾਨ ਰੱਖ ਦੇਣਾ ਹੀ ਅਸਲੀ ਖਾਲਿਸਤਾਨ ਬਣਨ ਦਾ ਮਤਲਬ ਹੈ? ਜਾਂ ਜਿੱਥੇ ਸਾਡੇ ਕੋਲ ਹੈ ਜਗ੍ਹਾ, ਉਹਨੂੰ ਅਸੀਂ ਆਪਣੇ ਕਰਮਾਂ ਨਾਲ, ਆਪਣੇ ਵਿਚਾਰਾਂ ਨਾਲ ਆਪਣੇ ਆਪ ਨੂੰ ਇੰਨਾ ਖਾਲਸਾ ਬਣਾ ਲਈਏ ਕਿ ਉਹ ਲੋਕ ਖੁਦ ਕਹਿਣ ਲੱਗ ਜਾਣ ਵੀ ਉੱਥੇ ਖਾਲਸੇ ਰਹਿੰਦੇ ਨੇ, ਉਹ ਤਾਂ ਹੈ ਹੀ ਖਾਲਿਸਤਾਨ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਤੁਹਾਨੂੰ ਤੁਸੀਂ ਜਾਣਦੇ ਹੋਣੇ ਉਜਲ ਦੋਸਾਂਝ, ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੀ ਰਹਿ ਚੁੱਕੇ ਨੇ, ਉਸ ਤੋਂ ਬਾਅਦ ਲਿਬਰਲ ਪਾਰਟੀ ਦੇ ਵਿੱਚ ਵੀ ਮਿਨਿਸਟਰ ਰਹਿ ਚੁੱਕੇ ਨੇ। ਸੋ ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਬਹੁਤ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਇਸ ਚੀਜ਼ 'ਤੇ ਕੰਮ ਕਰ ਰਹੀਆਂ ਨੇ। ਤਾਂ ਉਹਨਾਂ ਨੇ ਇੱਕ ਵਾਰੀ ਬਿਆਨ ਦਿੱਤਾ ਸੀਗਾ ਵੀ ਜਿਹੜੇ ਲੋਕ ਖਾਲਿਸਤਾਨ ਚਾਹੁੰਦੇ ਨੇ ਉਹ ਕੈਨੇਡਾ ਵਿੱਚ ਕਿਤੇ ਜਗ੍ਹਾ ਲੈ ਕੇ ਉੱਥੇ ਆਪਣਾ ਖਾਲਿਸਤਾਨ ਬਣਾ ਲੈਣ। ਸੋ ਉਸ ਚੀਜ਼ ਤੇ ਬੜਾ ਹੋ ਹੱਲਾ ਹੋਇਆ ਸੀ, ਜਿਹੜੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਸੀਗੀਆਂ ਵੀ ਉਜਲ ਦੋਸਾਂਝ ਨੇ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ। ਸੋ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਲੋਕ ਬੈਠੇ ਨੇ ਇਸ ਚੀਜ਼ ਨੂੰ ਉਭਾਰ ਰਹੇ ਨੇ, ਉਹ ਕਿੰਨੇ ਕੁ ਸੁਹਿਰਦ ਨੇ? ਕਿਉਂਕਿ ਅਸਲ ਖਾਲਿਸਤਾਨ ਤਾਂ ਜੇ ਮੰਨਿਆ ਜਾਵੇ, ਜਿਹੜਾ ਜਿਹਨੂੰ ਨਕਸ਼ਾ ਕਹਿੰਦੇ ਨੇ, ਉਹ ਤਾਂ ਪੰਜਾਬ ਦੇ ਵਿੱਚ ਹੀ ਆ ਨਾ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਖਾਲਿਸਤਾਨ ਆਲਰੇਡੀ ਹੈ। ਪੰਜਾਬ ਸਾਡਾ ਖਾਲਿਸਤਾਨ ਹੀ ਹੈ, ਲੇਕਿਨ ਉਹਨੂੰ ਇੱਕ ਵਿਚਾਰਮਕ ਤੌਰ ਦੇ ਉੱਪਰ ਅਸੀਂ ਇੰਨਾ ਅੱਛਾ ਬਣਾ ਦਈਏ ਕਿ ਉੱਥੇ ਹਰ ਬੰਦੇ ਨੂੰ ਚਾਹੀਦਾ ਕਿ ਮੈਂ ਖਾਲਿਸ ਹੋ ਜਾਵਾਂ। ਜਦ ਤੁਸੀਂ ਗੁਰੂ ਸਾਹਿਬ ਨੂੰ ਭੁੱਲ ਗਏ ਹੋ, ਗੁਰੂ ਸਾਹਿਬ ਦੀਆਂ ਕਹੀ ਹੋਈਆਂ ਤੇ ਗੱਲਾਂ ਤੇ ਅਮਲ ਹੀ ਨਹੀਂ ਕਰ ਰਹੇ, ਤੁਸੀਂ ਖਾਲਿਸ ਕਿਵੇਂ ਹੋ ਸਕਦੇ ਹੋ? ਬਿਲਕੁਲ। ਗੁਰੂ ਸਾਹਿਬ ਨੇ ਕਿਹਾ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮੜੇ ਕਬੂ ਨਾ ਛੱਡੇ। ਤੁਸੀਂ ਉਹ ਖੇਤ ਕਰਮ ਭੂਮੀ ਛੱਡ ਕੇ ਆ ਗਏ ਹੋ, ਔਰ ਉਦੋਂ ਬਾਅਦ ਕਹਿੰਦੇ ਹੋ ਕਿ ਨਹੀਂ ਸਾਡੀ ਹੁਣ ਇਹ ਕਰਮ ਭੂਮੀ। ਤੁਹਾਨੂੰ ਇਹ ਨਹੀਂ ਪਤਾ ਕਿ ਕਰਮ ਭੂਮੀ ਤੁਹਾਡੀ ਹੈ ਕਿੱਥੇ ਹੈ। ਸੋ ਪਹਿਲੀ ਮੈਂ ਇਸ ਚੀਜ਼ ਨੂੰ ਹਮੇਸ਼ਾ ਕਹਿਣਾ ਹੁੰਦਾ ਕਿ ਅਸੀਂ ਐਕਚੁਅਲ ਵਿੱਚ ਉਹਨਾਂ ਦੀਆਂ, ਅਸੀਂ ਪੜ੍ਹਦੇ ਹਰ ਰੋਜ਼ ਹਾਂ, ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਹੈ ਬਾਣੀ, ਬਾਣੀ ਹੈ ਗੁਰੂ। ਅਸੀਂ ਇਸ ਚੀਜ਼ ਨੂੰ ਪੜ੍ਹਦੇ ਹਾਂ, ਲੇਕਿਨ ਅਸੀਂ ਉਹਨੂੰ ਫੋਲੋ ਕਦੇ ਨਹੀਂ ਕਰਦੇ ਹੈਗੇ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਵਿਚਾਰਾਂ ਦੇ ਵਿੱਚ ਅਸੀਂ ਕਦੇ ਉਸ ਚੀਜ਼ ਨੂੰ ਪ੍ਰੈਕਟੀਕਲ ਤੌਰ 'ਤੇ ਅਸੀਂ ਜੀਂਦੇ ਨਹੀਂ ਹੈਗੇ। ਜਦ ਕਿ ਜਿਹੜੀ ਜਿਹੜੀ ਗੁਰਬਾਣੀ ਹੈ ਜਾਂ ਸਾਡੇ ਗੁਰੂ ਸਾਹਿਬ ਨੇ, ਉਹਨਾਂ ਨੇ ਸਾਨੂੰ ਵੇ ਆਫ ਲਿਵਿੰਗ ਸਿਖਾਇਆ। ਉਹਨਾਂ ਨੇ ਸਟੈਪ ਬਾਏ ਸਟੈਪ ਸਾਨੂੰ ਦੱਸਿਆ ਕਿ ਹਰ ਰੋਜ਼, ਹਰ ਦਿਨ, ਹਰ ਸਾਲ ਜ਼ਿੰਦਗੀ ਦੇ ਹਰ ਪੜਾਅ 'ਤੇ ਤੁਸੀਂ ਕੀ ਕਰਨਾ ਹੈ। ਲੇਕਿਨ ਤੁਸੀਂ ਆਪਣੇ ਆਪ ਨੂੰ ਘੰਗੋਲ ਕੇ ਦੇਖੋ, ਆਪਣੇ ਅੰਦਰ ਝਾਤੀ ਮਾਰੋ, ਉਹਦਾ ਮੰਥਨ ਕਰੋ, ਅਤੇ ਉਸ ਤੋਂ ਬਾਅਦ ਬਾਹਰ ਨਿਕਲ ਕੇ ਆਏਗਾ, ਤੁਹਾਨੂੰ ਲੱਗੇਗਾ ਕਿ ਉਹਦੇ 'ਚ ਕੀ ਹੈ, ਸਾਰੀ ਮੈਲ ਹੈ ਜਾਂ ਕੋਈ ਚੰਗੀਆਂ ਗੱਲਾਂ ਵੀ ਹੈਗੀਆਂ ਨੇ। ਹੁਣ ਦੇਖੋ, ਜਿਹੜੇ ਇਸ ਸਾਲ ਹੁਣ ਸਮਾਗਮ ਹੋਏ ਨੇ 6 ਜੂਨ ਤੋਂ ਪਹਿਲਾਂ ਜਾਂ 6 ਜੂਨ ਤੱਕ, ਜਿਹੜੇ ਹਰਿਮੰਦਰ ਸਾਹਿਬ ਦੇ ਵਿੱਚ, ਭਾਵੇਂ ਕਿ ਇਸ ਵਾਰ ਕਰੋਨਾ ਵਾਇਰਸ ਸੀ, ਸੋ ਉਸ ਵੱਡੀ ਪੱਧਰ 'ਤੇ ਜਿਹੜੇ ਇਕੱਠ ਨਹੀਂ ਹੋਏ, ਪਰ ਬਾਵਜੂਦ ਇਸ ਦੇ ਇਹ ਵੀ ਕਿਹਾ ਜਾ ਰਿਹਾ ਵੀ ਜੋ ਕੁਝ ਉੱਥੇ ਹੋਇਆ ਪਿਛਲੇ ਸਾਲਾਂ ਨਾਲੋਂ ਕੋਈ ਘੱਟ ਨਹੀਂ ਸੀ। ਇਸ ਵਾਰੀ ਵੀ ਜਿਹੜੇ ਗਰਮ ਉੱਥੇ ਖਿਆਲੀ ਸੀਗੇ ਤਾਂ ਇੱਕ ਦੂਜੇ ਦੇ ਨਾਲ ਗਾਲੋ ਗਾਲੀ ਵੀ ਹੋਏ। ਪਰ ਆਪਣਾ ਗੱਲ ਕਰਨ ਦਾ ਮੁੱਦਾ ਇਹੀ ਹੈ ਵੀ ਕੀ ਸਿਰਫ ਸਿੱਖ ਕੌਮ ਹੈ ਜਾਂ ਸਿੱਖ ਲੀਡਰਸ਼ਿਪ ਹੈ, ਉਹ ਸਿਰਫ ਇਸੇ ਚੀਜ਼ ਤੱਕ ਹੀ ਸੀਮਿਤ ਰਹਿ ਗਈ ਹੈ ਵੀ ਹਰ ਸਾਲ ਜਾਓ ਉੱਥੇ ਅਖੰਡ ਪਾਠ ਸਾਹਿਬ ਕਰੋ ਅਤੇ 4-5 ਵੱਡੀਆਂ ਗਰਮ ਤਕਰੀਰਾਂ ਕਰੋ, ਉਸ ਤੋਂ ਬਾਅਦ ਆਪੋ ਆਪਣੇ ਘਰੇ ਚਲੇ ਜਾਓ, ਤਾਂ ਫਿਰ ਸਾਲ ਭਰ ਚੁੱਪ ਬੈਠੇ ਰਹੋ। ਦੇਖੋ ਸਿਮਰਤ ਜੀ, ਇਹ ਤਾਂ ਦੇਖੋ ਆਪਾਂ ਗੱਲ ਇੱਕ ਦਹਾਕੇ ਦੀ ਨਾ ਕਰੀਏ, 2 ਦਹਾਕੇ, 3 ਦਹਾਕੇ ਤੋਂ ਬਾਅਦ 4 ਦਹਾਕੇ ਦੀ ਗੱਲ ਤਕਰੀਬਨ ਹੋ ਚੱਲੇ ਨੇ। ਹਾਂਜੀ। ਸੋ ਮੈਂ ਇਹ ਕਹਿਣਾ ਹੁੰਦਾ ਕਿ ਕਿਸੇ ਵੀ ਕੌਮ ਨੂੰ ਬਦਲਣ ਵਾਸਤੇ ਇੱਕ ਜਨਰੇਸ਼ਨ ਦੀ ਲੋੜ ਹੁੰਦੀ ਹੈ। ਤਾਂ ਮੈਨੂੰ ਤਾਂ ਲੱਗਦਾ 40 ਸਾਲ ਵਿੱਚ 2 ਜਨਰੇਸ਼ਨ ਸਾਡੀਆਂ ਆ ਗਈਆਂ ਨੇ। ਬਿਲਕੁਲ।
ਤੇ ਅਸੀਂ ਕੀ ਬਦਲਿਆ? ਕੀ ਅਸੀਂ ਉਸ ਚੀਜ਼ ਨੂੰ, ਪੰਜਾਬ ਨੂੰ ਉਹ ਚੀਜ਼ ਬਣਾਉਣਾ ਜੋ ਚਾਹੁੰਦੇ ਹਾਂ, ਕਿ ਅਸੀਂ ਬਣਾਉਣ 'ਚ ਇੱਕ ਵੀ ਸਟੈਪ ਅੱਗੇ ਕੀਤਾ? ਕਿ ਸਾਡੇ ਕੋਲੋਂ ਇੱਕ ਪ੍ਰੋਪਰ ਤਰੀਕੇ ਤੇ ਸਾਡੀ ਡਾਇਰੈਕਸ਼ਨ ਹੈਗੀਆਂ ਨੇ, ਸਾਡੀ ਲੀਡਰਸ਼ਿਪ ਹੈ ਕਿ ਉਹਨੂੰ ਉਸ ਜਗ੍ਹਾ ਤੇ ਲੈ ਕੇ ਜਾ ਸਕਦੇ ਹੋਈਏ? ਬਿਲਕੁਲ। ਸੋ ਇਹ ਸਾਰੀਆਂ ਗੱਲਾਂ ਨੂੰ ਇੱਕ ਸਾਨੂੰ ਅੱਜ ਸੋਚਣਾ ਪੈਣਾ। ਜੇ ਅਸੀਂ ਅੱਜ ਨਹੀਂ ਸੋਚਾਂਗੇ, ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ, ਖਾਲਿਸਤਾਨ ਦਾ ਦੂਰ ਦੀ ਗੱਲ ਹੈ, ਵਜੂਦ ਖਤਮ ਹੋਣ ਦੇ ਖਤਮ ਹੋ ਜਾਏਗਾ ਵਜੂਦ ਉਸ ਚੀਜ਼ ਦਾ। ਬਿਲਕੁਲ ਜੀ, ਆਪਾਂ ਇਸ ਵਿਸ਼ੇ ਤੇ ਇਸੇ ਤਰ੍ਹਾਂ ਹੀ ਗੱਲਬਾਤ ਜਾਰੀ ਰੱਖਾਂਗੇ, ਕਿਉਂਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਜਾਰੀ ਰੱਖਾਂਗੇ। ਤੁਸੀਂ ਪੰਜਾਬ ਸਟਾਰ ਟੀਵੀ ਤੇ ਸਟਾਰ ਟਾਕ ਦੇਖਦੇ ਰਹੋ। ਤੁਸੀਂ ਪੰਜਾਬ ਸਟਾਰ ਟੀਵੀ ਨੂੰ YouTube ਤੇ ਵੀ ਦੇਖ ਸਕਦੇ ਹੋ। YouTube ਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਤੇ ਉੱਥੇ ਪੰਜਾਬ ਸਟਾਰ ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇ ਉੱਥੇ ਪਏ ਨੇ। ਹਰ ਪ੍ਰੋਗਰਾਮ ਅਸੀਂ YouTube ਤੇ ਵੀ ਅਪਲੋਡ ਕਰਦੇ ਹਾਂ। ਅਗਰ ਤੁਸੀਂ ਪੰਜਾਬ ਸਟਾਰ ਟੀਵੀ ਤੇ ਮਿਸ ਕਰਦੇ ਹੋ ਪ੍ਰੋਗਰਾਮ, ਤਾਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਇਸੇ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ। ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅੱਜ, ਕਿਉਂਕਿ ਇਹ ਜੂਨ ਦਾ ਪਹਿਲਾ ਹਫ਼ਤਾ ਲੰਘ ਕੇ ਗਿਆ ਹੈ। ਸੋ ਜੂਨ ਦਾ ਪਹਿਲਾ ਹਫ਼ਤਾ ਸਿੱਖ ਕੌਮ ਲਈ ਬੜਾ ਹੀ ਮਹੱਤਵਪੂਰਨ ਹੈ। ਤੁਹਾਨੂੰ ਪਤਾ ਹੈ ਕਿ ਜੂਨ ਦੇ ਵਿੱਚ ਹੀ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਸੋ ਹਰਕੀਰਤ ਜੀ, ਆਪਾਂ ਜਿਵੇਂ ਗੱਲ ਕਰ ਰਹੇ ਸੀਗੇ, ਹੁਣ ਜੇ ਗੱਲ ਕਰੀਏ ਸਿਆਸੀ ਪਾਰਟੀਆਂ ਦੀਆਂ, ਹਾਂਜੀ, 2 ਸਿਆਸੀ ਪਾਰਟੀਆਂ ਮੁੱਖ ਤੌਰ ਤੇ ਉਹਨੇ ਸਮੇਂ ਦੇ ਵਿੱਚ ਰਹੀਆਂ ਨੇ, ਕਾਂਗਰਸ ਅਤੇ ਅਕਾਲੀ ਦਲ। ਹੁਣ ਕਾਂਗਰਸ ਨੂੰ ਹਮੇਸ਼ਾ ਇਹ ਕਿਹਾ ਜਾ ਰਿਹਾ ਵੀ ਇਹਨੇ ਜੋ ਵੀ ਕੰਮ ਕੀਤਾ ਸਿੱਖ ਵਿਰੋਧੀ ਕੰਮ ਕੀਤਾ, ਤੇ ਹੁਣ ਜੇ ਦੇਖਿਆ ਜਾਵੇ ਤਾਂ ਕਾਂਗਰਸ ਉਸ ਤੋਂ ਬਾਅਦ ਮੇਰੇ ਖਿਆਲ 2 ਵਾਰੀ ਸਰਕਾਰ ਬਣਾ ਚੁੱਕੀ ਹੈ ਪੰਜਾਬ ਦੇ ਵਿੱਚ। ਅਕਾਲੀ ਦਲ ਨੂੰ ਕਿ ਪਹਿਲਾਂ ਕਹਿੰਦੇ ਸੀਗੇ ਇਹ ਪੰਥਕ ਪਾਰਟੀ ਹੈ, ਹੁਣ ਇਹਦਾ ਵੀ ਵਿਰੋਧ ਹੋ ਰਿਹਾ ਵੀ ਇਹ ਪੰਥਕ ਮੁੱਦੇ ਛੱਡ ਕੇ ਜੀ ਇਹ ਇੱਕ ਤਰ੍ਹਾਂ ਦੀ ਨਿਰੋਲ ਸਿਆਸੀ ਪਾਰਟੀ ਬਣ ਗਈ ਹੈ। ਉਸ ਤੋਂ ਬਾਅਦ ਅਕਾਲੀ ਵੀ 2-3 ਵਾਰ ਸਰਕਾਰ ਬਣਾ ਚੁੱਕੇ ਨੇ। ਸੋ ਜੇ ਇਹ ਕਹੀਆ ਜਾਵੇ ਵੀ ਪੰਜਾਬ ਦੇ ਲੋਕ ਨੇ ਜਿਹੜਾ ਉਹ ਸਾਰਾ ਕੁਝ ਭੁੱਲ ਗਏ ਨੇ, ਤੁਸੀਂ ਕੀ ਕਹਿੰਦੇ ਹੋ ਉੱਥੇ? ਦੇਖੋ, ਇਹ ਬੜੀ ਹਾਸੋਹੀਣੀ ਗੱਲ ਹੈ ਸਿਮਰਤ ਜੀ, ਕਿ ਅਸੀਂ ਇੱਕ ਵਾਰ ਮੌਕਾ ਦਿੰਦੇ ਹਾਂ ਕਾਂਗਰਸ ਨੂੰ, ਇੱਕ ਵਾਰ ਮੌਕਾ ਦਿੰਦੇ ਹਾਂ ਅਸੀਂ ਅਕਾਲੀ ਜਿਹੜੀ ਪਾਰਟੀ ਹੈ, ਅਕਾਲੀ ਬੀਜੇਪੀ ਨੂੰ। ਯਾ ਬਿਲਕੁਲ। ਸੋ ਆਪਾਂ ਚਾਹੁੰਦੇ ਕੀ ਹੈ ਕਿ ਸਾਨੂੰ ਕਿਤੇ ਨਾ ਕਿਤੇ ਸਾਡੇ ਲੀਡਰ ਚੁਣਨ ਵਿੱਚ ਸਮਝ ਨਹੀਂ ਆ ਰਹੀ ਹੈ ਕਿ ਅਸੀਂ ਆਪਣੇ ਰਿਪਰੈਜ਼ੈਂਟੇਟਿਵ ਜਿਹੜੇ ਭੇਜਦੇ ਆ ਉੱਥੇ, ਕਿ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈ, ਕਿ ਸਾਨੂੰ ਆਈਡੀਓਲੋਜੀ ਸਮਝਣ 'ਚ ਪ੍ਰੋਬਲਮ ਆ ਰਹੀ ਹੈ। ਇਹਦਾ ਮਤਲਬ ਸਾਨੂੰ ਤਾਂ ਆਈਡੀਓਲੋਜੀ ਆਪਣੀ ਚੇਂਜ ਕਰਨੀ ਪੈਣੀ ਹੈ। ਬਿਲਕੁਲ ਠੀਕ ਹੈ ਨਾ। ਦੇਖੋ, 15ਵੀਂ ਸ਼ਤਾਬਦੀ ਦੇ ਵਿੱਚ ਗੁਰੂ ਸਾਹਿਬ ਨੇ ਕਿਹੜੀ ਪੋਲੀਟੀਕਲ ਚੀਜ਼ ਯੂਜ਼ ਕੀਤੀ ਸੀ ਕਿ ਉਹਨਾਂ ਨੇ ਐਡਾ ਵੱਡਾ ਧਰਮ ਇਜਾਦ ਕਰ ਦਿੱਤਾ ਹੈਗਾ, ਪੰਥ ਸਾਜ ਦਿੱਤਾ ਨਾ, ਐਡਾ ਵੱਡਾ ਪੰਥ ਸਾਜ ਦਿੱਤਾ ਹੈਗਾ। ਸੋ ਇਟ ਇਜ਼ ਵੈਰੀ ਸਟ੍ਰੇਂਜ ਕਿ ਇੱਕ ਉਹ ਪੈਦਲ ਤੁਰ ਕੇ ਜੇ ਐਡਾ ਵੱਡਾ ਪੰਥ ਦੀ ਰਚਨਾ ਕਰ ਸਕਦੇ ਨੇ, ਔਰ ਉਹਨਾਂ ਨੇ ਕਿੰਨੇ ਕੁ ਲੋਕਾਂ ਨੂੰ ਪ੍ਰੈਸ਼ਰਾਈਜ਼ ਕੀਤਾ ਸੀ ਨਹੀਂ ਤੁਸੀਂ ਇਸ ਚੀਜ਼ ਨੂੰ ਮੰਨੋ। ਸੋ ਉਹਨਾਂ ਦੇ ਜਿਹੜੇ ਬੰਦੇ ਦੇ, ਹਰ ਬੰਦੇ ਦੇ ਕਰਮ ਹੁੰਦੇ ਨੇ, ਉਹਨਾਂ ਨੇ ਜੋ ਇੱਕ ਨਵੀਂ ਚੀਜ਼ ਦੱਸੀ ਕਿ ਕਿਹੜੀ ਅੱਛੀ ਹੈ ਕਿਹੜੀ ਮਾੜੀ ਚੀਜ਼, ਲੋਕਾਂ ਨੂੰ ਇਹ ਆਪਣੇ ਆਪ ਨੂੰ ਮੌਕਾ ਦਿੱਤਾ ਕਿ ਤੁਸੀਂ ਸਮਝਣ ਦਾ, ਕਿ ਤੁਸੀਂ ਸਮਝੋ ਕਿਹੜੀ ਚੀਜ਼ ਅੱਛੀ ਹੈ, ਤਾਂ ਹੀ ਲੋਕਾਂ ਨਾਲ ਸਾਡੇ ਜੁੜੇ ਨਾ। ਬਿਲਕੁਲ। ਅੱਜ ਜੇ ਸਾਡੇ ਤੋਂ ਕੋਈ ਦੂਰ ਜਾ ਰਿਹਾ, ਕੋਈ ਪੰਜਾਬ ਚੋਂ ਲੋਕ ਦੂਰ ਭੱਜ ਰਹੇ ਨੇ, ਜਾਂ ਪੰਜਾਬ ਨੂੰ ਉਹ ਚੀਜ਼ ਰੁਤਬਾ ਨਹੀਂ ਮਿਲ ਰਿਹਾ, ਤਾਂ ਸਾਨੂੰ ਕਮੀ ਨਾ ਕਮੀ ਸਾਡੇ ਆਪਣੇ 'ਚ ਹੈ। ਬਿਲਕੁਲ। ਤਾਂ ਜੇ ਆਪਣੇ 'ਚ ਕਮੀ ਹੈ ਤਾਂ ਫਿਰ ਅਸੀਂ ਦੇਖਣਾ ਕਿ ਅਸੀਂ ਲੀਡਰ ਕਿਹੋ ਜਿਹਾ ਚੁਣਨਾ ਹੈਗਾ। ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਸਵੈ ਪੜਚੋਲ ਦੀ ਜ਼ਿਆਦਾ ਲੋੜ ਹੈ, ਹਾਲਾਂਕਿ ਨਾ ਕਿ ਦੂਸਰਿਆਂ ਤੇ ਜਿਹੜੀ ਉਂਗਲ ਉਠਾਉਣਾ ਵੀ ਉਹਦਾ ਕਸੂਰ ਹੈ, ਵੱਡਾ ਕਸੂਰ ਆਪਾਂ ਆਪਣੇ ਆਪ ਤੇ। ਮੈਂ ਹਮੇਸ਼ਾ ਇਹ ਸੋਚਦਾ ਕਿ ਜਦ ਤੱਕ ਅਸੀਂ ਵਿਚਾਰਮਕ ਤੌਰ ਤੇ ਕੋਈ ਵੀ ਕੌਮ ਨੂੰ, ਮੈਂ ਐਗਜ਼ਾਮਪਲ ਦਿੰਦਾ ਇੱਕ, ਜਦ ਸੈਕੰਡ ਵਰਲਡ ਵਾਰ ਸੀ ਤਾਂ ਉਸ ਤੋਂ ਜਰਮਨੀ ਸੀ ਜਿਹੜਾ ਕੰਟਰੀ, ਉਹ ਬਹੁਤ ਉਹਦਾ ਖਤਮ ਹੋ ਗਿਆ ਸੀ ਬਿਲਕੁਲ। ਉਹ ਇਸ ਤਰ੍ਹਾਂ ਜਾਪਾਨ ਬਿਲਕੁਲ ਬਹੁਤ ਡਾਊਨ ਚਲਾ ਗਿਆ ਸੀ, ਲੇਕਿਨ ਉਹਨਾਂ ਨੇ ਆਉਣ ਵਾਲੇ 30 ਸਾਲਾਂ ਵਿੱਚ ਆਪਣੇ ਆਪ ਨੂੰ ਇੰਨਾ ਜ਼ਿਆਦਾ ਮਿਹਨਤ ਕੀਤੀ, ਆਪਣੀ ਆਈਡੀਓਲੋਜੀ ਚੇਂਜ ਕੀਤੀ, ਆਪਣੇ ਗਵਰਨਮੈਂਟ ਨੂੰ ਸਪੋਰਟ ਕੀਤੀ, ਗਵਰਨਮੈਂਟ ਨੇ ਜਨਤਾ ਨੂੰ ਸਪੋਰਟ ਕੀਤੀ, ਐਂਡ ਦੇ ਬਿਕੇਮ ਵਨ ਆਫ ਦਾ ਫਾਈਨੈਸਟ ਕੰਟਰੀ ਇਨ ਦਾ ਵਰਲਡ। ਸੋ ਕੀ ਅਸੀਂ 35 ਸਾਲਾਂ ਵਿੱਚ 50% ਵੀ ਨਹੀਂ ਕਰ ਸਕਦੇ ਸੀ? ਇਹੀ ਗੱਲ ਸੋਚਣ ਵਾਲੀ ਹੈ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਜਦੋਂ 6 ਜੂਨ ਨੂੰ ਜਿਹੜੇ ਉੱਥੇ ਸਮਾਗਮ ਹੋਏ ਨੇ, ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ, ਜਿਹੜੇ ਕਾਰਜਕਾਰੀ ਜਥੇਦਾਰ ਨੇ, ਪੱਤਰਕਾਰਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਇੱਕ ਸਵਾਲ ਦੋਨਾਂ ਨੂੰ ਪੁੱਛਿਆ ਵੀ ਕੀ ਤੁਸੀਂ ਖਾਲਿਸਤਾਨ ਚਾਹੁੰਦੇ ਹੋ, ਖਾਲਿਸਤਾਨ ਮੰਗਦੇ ਹੋ? ਦੋਨਾਂ ਨੇ ਗੋਲ-ਮੋਲ ਜਵਾਬ ਦਿੱਤਾ। ਜਥੇਦਾਰ ਹਰਪ੍ਰੀਤ ਹੋਣੀ ਕਹਿੰਦੇ ਜੀ ਜੇ ਸਾਨੂੰ ਸਰਕਾਰ ਖਾਲਿਸਤਾਨ ਦੇ ਦੇਊਗੀ ਤਾਂ ਅਸੀਂ ਮੋੜਦੇ ਵੀ ਨਹੀਂ, ਅਸੀਂ ਲੈ ਲਵਾਂਗੇ। ਅਤੇ ਉਹਨਾਂ ਨੇ ਸਿੱਧਾ ਪੁੱਛਿਆ ਵੀ ਕੀ ਤੁਸੀਂ ਮੰਗ ਕਰਦੇ ਹੋ? ਉਹਨਾਂ ਨੇ ਸਿੱਧਾ ਕਦੀ ਵੀ ਨਹੀਂ ਕਿਹਾ ਵੀ ਹਾਂ ਅਸੀਂ ਮੰਗ ਕਰਦੇ। ਉਹਨਾਂ ਕਿਹਾ ਵੀ ਜੇ ਸਰਕਾਰ ਦੇਊਗੀ ਤਾਂ ਅਸੀਂ ਲੈ ਲਵਾਂਗੇ। ਇਸੇ ਤਰ੍ਹਾਂ ਹੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਵੀ ਜੇ ਦੇਣਗੇ ਤਾਂ ਅਸੀਂ ਨਾ ਨਹੀਂ ਕਰਦੇ।
ਮਤਲਬ ਤੁਸੀਂ ਹਜੇ ਆਪ ਉਸ ਚੀਜ਼ ਲਈ ਠੀਕ ਨਹੀਂ ਹੋ ਵੀ ਕਨਫਿਊਜ਼ਨ ਦੇ ਵਿੱਚ ਹੋ ਵੀ ਕੀ ਸਾਡਾ ਇਹ ਟੀਚਾ ਹੈ ਜਾਂ ਨਹੀਂ ਹੈ। ਨਾਲੇ ਹਰਪ੍ਰੀਤ ਸਿੰਘ ਹੋਣਾ ਨੇ ਦੂਸਰੀ ਗੱਲ ਇਹ ਕਹੀ ਵੀ ਜੀ ਸਾਰੇ ਦੁਨੀਆ ਦੇ ਸਿੱਖ ਲੋਕ ਜਿਹੜੇ ਲੋਕ ਨੇ ਉਹ ਖਾਲਿਸਤਾਨ ਮੰਗਦੇ ਨੇ। ਜੇ ਇਸ ਤਰ੍ਹਾਂ ਹੋਵੇ ਤਾਂ ਪੰਜਾਬ ਦੇ ਵਿੱਚ ਉਹ ਚੀਜ਼ ਤੋਂ ਆਪਾਂ ਨੂੰ ਨਜ਼ਰ ਹੀ ਨਹੀਂ ਆ ਰਹੀ। ਦੇਖੋ ਇੱਕ ਗੱਲ ਕਹਿ ਦੇਣੀ, ਉਹ ਸਿਰਫ ਇੱਕ ਗੱਲ ਟੀਵੀ ਤੇ ਜਾ ਕੇ ਜਾਂ ਇੱਕ ਸਟੇਟਮੈਂਟ ਦੇਣੀ, ਬਿਲਕੁਲ ਸਟੇਟਮੈਂਟ ਦੇਣੀ, ਉਹ ਬਿਲਕੁਲ ਅਲੱਗ ਗੱਲ ਹੈ। ਲੇਕਿਨ ਉਹਦੇ ਤੇ ਕੰਮ ਕਰਨਾ, ਉਹਦੇ ਤੇ ਆਈਡੀਓਲੋਜੀ, ਉਹਨੂੰ ਬਹੁਤ ਵਕਤ ਲੱਗਦਾ ਸਿਮਰਤ ਜੀ। ਇਹ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਕਿ ਕਹਿ ਦਿਓ ਔਰ ਤੁਹਾਡੇ ਹੱਥ ਵਿੱਚ ਕੋਈ ਚੀਜ਼ ਫੜਾ ਦੂਗੀ, ਇੱਦਾਂ ਕਦੇ ਵੀ ਨਹੀਂ ਹੁੰਦਾ ਹੈਗਾ। ਉਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਪੈਂਦਾ। ਨਾਲੇ ਦੇਖੋ ਹਰਕੀਰਤ ਜੀ, ਇਹ ਭਾਰਤ ਦੀ ਸਰਕਾਰ ਨੇ ਇਸ ਚੀਜ਼ ਨੂੰ ਠੱਲ ਪਾਉਣ ਲਈ ਕਿੱਡਾ ਵੱਡਾ ਕਦਮ ਪੁੱਟਿਆ। ਆਪਰੇਸ਼ਨ ਬਲੂ ਸਟਾਰ ਆਇਆ, ਉਸ ਤੋਂ ਬਾਅਦ ਫਿਰ 2-3 ਵਾਰੀ ਆਪਰੇਸ਼ਨ ਹੋਇਆ ਅੰਮ੍ਰਿਤਸਰ ਦੇ ਵਿੱਚ। ਜੇ ਭਾਰਤ ਸਰਕਾਰ ਨੇ ਖਾਲਿਸਤਾਨ ਦੇਣਾ ਸੀਗਾ ਫਿਰ ਆਪਰੇਸ਼ਨ ਬਲੂ ਸਟਾਰ ਕਰਨ ਦੀ ਕੀ ਲੋੜ ਸੀ? ਤੁਸੀਂ ਕਦੇ ਵੀ ਇਸ ਚੀਜ਼ ਨੂੰ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਦੋ ਜਿਹੜੀ ਚੀਜ਼ ਨਹੀਂ ਤੁਹਾਨੂੰ ਮਿਲਦੀ ਤੁਹਾਨੂੰ ਉਹ ਖੋਣੀ ਪੈਂਦੀ ਹੈ। ਲੇਕਿਨ ਉਹਨੂੰ ਖੋਣ ਵਾਸਤੇ ਪਰ ਮੈਂ ਹੋਰ ਵੀ ਚੀਜ਼ ਨਾਲ ਐਡ ਕਰਨਾ ਚਾਹੁੰਦਾ ਇਹਦੇ 'ਚ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਉੱਚਾ ਬਣਾ ਲਓ, ਆਪਣੇ ਕਿਰਦਾਰ ਨੂੰ, ਤੁਹਾਡੀ ਪ੍ਰਾਇੋਰਟੀ ਕੀ ਹੋਣੀ ਚਾਹੀਦੀ ਹੈ, ਆਪਣੇ ਕਿਰਦਾਰ ਇੰਨਾ ਤੁਹਾਡਾ ਉੱਚਾ ਹੋ ਜਾਵੇ ਕਿ ਤੁਹਾਡੇ ਕੋਲ ਖੁਦ ਆ ਕੇ ਲੋਕ ਕਹਿਣ ਕਿ ਤੁਹਾਨੂੰ ਕੀ ਚਾਹੀਦਾ। ਬਿਲਕੁਲ ਤੁਸੀਂ ਆਪਣੇ ਨੂੰ ਇੰਨੀ ਇੰਪੋਰਟੈਂਟ ਬਣਾ ਲਓ। ਸੋ ਜੇ ਅਸੀਂ ਆਪਣਾ ਕਿਰਦਾਰ ਵੀ ਨਹੀਂ ਉੱਚਾ ਕਰਨਾ ਹੈਗਾ ਔਰ ਫਿਰ ਅਸੀਂ ਕਹਿਣਾ ਨਹੀਂ ਸਾਨੂੰ ਚੀਜ਼ ਵੀ ਮਿਲ ਜਾਵੇ, ਨੋ, ਇਟਸ ਨਾਟ ਗੋਇੰਗ ਟੂ ਵਰਕ ਲਾਈਕ ਦੈਟ। ਸੋ ਸਭ ਤੋਂ ਪਹਿਲਾਂ ਜੇ ਅੱਜ ਵੀ ਅਸੀਂ ਚਾਹੁੰਦੇ ਹਾਂ ਤਾਂ ਜਿੰਨੇ ਵੀ ਬਾਹਰ ਕੈਨੇਡਾ ਇੰਡੀਆ ਤੋਂ ਬਾਹਰ ਲੋਕ ਬੈਠੇ ਨੇ, ਅਸੀਂ ਬੈਠੇ ਹਾਂ, ਤਾਂ ਸਾਨੂੰ ਚਾਹੀਦਾ ਇੱਕ ਵਿਚਾਰਮਕ ਤੌਰ ਦੇ ਉੱਪਰ ਅਸੀਂ ਇੱਕ ਆਈਡੀਓਲੋਜੀ ਬਣਾਈਏ ਜਿਹਦੇ ਉੱਪਰ ਅਸੀਂ ਇਹ ਮਹਿਸੂਸ ਕਰਾਈਏ ਸਾਰੀ ਸਰਕਾਰਾਂ ਨੂੰ, ਸਾਰੀ ਦੁਨੀਆ ਨੂੰ ਕਿ ਨਹੀਂ, ਪੰਜਾਬ ਜੋ ਡਿਜ਼ਰਵ ਕਰਦਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ। ਮੇਰੇ ਹਿਸਾਬ ਨਾਲ ਤਾਂ ਹਰਕੀਰਤ ਜੀ ਸਭ ਤੋਂ ਪਹਿਲਾਂ ਤਾਂ ਪੂਰੀ ਸਿੱਖ ਕੌਮ ਨੂੰ ਇਸ ਚੀਜ਼ ਦੀ ਲੋੜ ਹੈ, ਇਹਦੇ ਤੇ ਇੱਕਮਤ ਹੋਣ ਦੀ ਲੋੜ ਹੈ ਵੀ ਜੋ ਕਾਲਾ ਦੌਰ ਪੰਜਾਬ ਦੇ ਵਿੱਚ ਲੰਘਿਆ ਹੈ, ਜਿਨ੍ਹਾਂ ਲੋਕਾਂ ਨੇ ਉਸ ਕਾਲੇ ਦੌਰ ਨੂੰ ਹੰਢਾਇਆ ਹੈ, ਜਿਨ੍ਹਾਂ ਨੇ ਆਪਣੇ ਘਰ-ਬਾਰ, ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤ ਗਵਾ ਲਏ ਨੇ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਨੇ, ਜਿਹੜੇ ਲੋਕ ਮਗਰ ਬਚੇ ਨੇ ਉਹਨਾਂ ਨੂੰ ਸਾਂਭਣ ਦੀ ਲੋੜ ਹੈ। ਦੂਸਰੇ ਪਾਸੇ ਜਿਹੜੇ ਉਸ ਕਾਲੇ ਦੌਰ ਤੋਂ ਬਾਅਦ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ, ਉਹ ਲੋਕ ਜਿਹੜੇ ਅਜੇ ਤੱਕ ਵੀ ਇਨਸਾਫ ਲਈ ਭਟਕ ਰਹੇ ਨੇ, ਉਹਨਾਂ ਨੂੰ ਇਨਸਾਫ ਦਿਵਾਉਣ ਦੀ ਲੋੜ ਹੈ। ਇਹਨਾਂ ਦੋ ਮੁੱਦਿਆਂ ਨੂੰ ਹੀ ਅਗਰ ਪੂਰੀ ਸਿੱਖ ਕੌਮ, ਭਾਵੇਂ ਉਹ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਹੈ ਜਾਂ ਜਿਹੜੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇ ਵਿੱਚ ਲੋਕ ਬੈਠੇ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਦੇ ਹਾਮੀ ਨੇ, ਉਹ ਇਹਨਾਂ ਦੋਨਾਂ ਮੁੱਦਿਆਂ ਤੇ ਇੱਕਮਤ ਹੋ ਜਾਣ ਤੇ ਮੇਰੇ ਖਿਆਲ ਬਹੁਤ ਚੀਜ਼ਾਂ ਜਿਹੜੀਆਂ ਅਚੀਵ ਕੀਤੀਆਂ ਜਾ ਸਕਦੀਆਂ। ਦੇਖੋ ਸਿਮਰਤ ਜੀ, ਇੱਕ ਚੀਜ਼ ਮੈਂ ਸੋਚਦਾ ਹੁੰਦਾ ਕਿ ਕੀ ਜਿਹੜਾ 84 ਵਿੱਚ ਐਡਾ ਵੱਡਾ ਨੁਕਸਾਨ ਹੋਇਆ ਸਿੱਖ ਕੌਮ ਦਾ, ਸਾਡੇ ਧਾਰਮਿਕ ਤੌਰ ਤੇ ਸਾਡੀ ਭਾਵਨਾਵਾਂ ਦਾ, ਉਹ ਐਡਾ ਵੱਡਾ ਨੁਕਸਾਨ, ਉਹ ਕਦੇ ਭਰਪਾਈ ਨਹੀਂ ਕੀਤੀ ਜਾ ਸਕਦੀ ਉਸ ਚੀਜ਼ ਦੀ। ਲੇਕਿਨ ਇੱਕ ਚੀਜ਼ ਹੋਰ ਵੀ ਨਾਲ ਹੈ ਕਿ ਜੋ ਤੋਂ ਬਾਅਦ ਰਿਐਕਟ ਹੋਇਆ, ਜੋ ਰਿਐਕਸ਼ਨ ਹੋਇਆ ਉਦੋਂ ਬਾਅਦ, ਜੋ ਉਹ ਦੌਰ ਸੀ 93 ਤੋਂ ਬਾਅਦ, 2000 ਤੋਂ ਬਾਅਦ ਹੁਣ ਤੱਕ, ਜਿਹਨੂੰ ਚਿੱਟਾ ਦੌਰ ਕਹਿੰਦੇ ਆ ਡਰੱਗ ਦਾ, ਜਿੱਥੋਂ ਜੋ ਬੋਲਬਾਲਾ ਹੋਇਆ, ਕਿ ਉਹ ਨੁਕਸਾਨ ਅਸੀਂ ਜਾਣ ਕੇ ਆਪਣੇ ਆਪ ਨੂੰ ਕੀਤਾ, ਉਹਦਾ ਕੋਈ ਭਰਪਾਈ ਕਰ ਸਕਦਾ? ਬਿਲਕੁਲ ਨਹੀਂ। ਸੋ ਜਿਹੜੀ ਵੀ ਕੋਈ ਵੀ ਚੀਜ਼ ਘਟਨਾ ਵਾਪਰਦੀ ਹੈ ਉਹਦੇ 'ਤੇ ਇਹ ਚੀਜ਼ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਕਿ ਉਹਦੇ 'ਤੇ ਰਿਐਕਸ਼ਨ ਕਿਵੇਂ ਲੋਕ ਕਰਦੇ ਨੇ। ਅਸੀਂ ਆਪਣੇ ਉਹ ਤੋਂ ਸਿੱਖਣ ਦੀ ਬਜਾਏ ਕਿ ਅਸੀਂ ਇੰਨਾ ਨੁਕਸਾਨ ਸਹਿ ਚੁੱਕੇ ਹਾਂ, ਅਸੀਂ ਹੋਰ ਨੁਕਸਾਨ ਵੱਲ ਤੁਰ ਪਏ ਆਪਣੇ ਵੱਲ ਨੂੰ। ਅਸੀਂ ਪੰਜਾਬ ਦਾ ਇਹ ਹਾਲਾਤ ਕਰਤੇ ਕਿ ਹੁਣ ਉੱਥੇ ਕੋਈ ਰਹਿਣਾ ਨਹੀਂ ਚਾਹੁੰਦਾ ਹੈਗਾ। ਇਸ ਚੀਜ਼ ਨੂੰ ਮੈਂ ਇੱਥੇ ਇਹਦੇ ਨਾਲ ਵੀ ਜੋੜਦਾ, ਜਿਵੇਂ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਕਿਹਾ ਜਾਂਦਾ ਜੀ 10 ਸਾਲਾਂ ਦੇ ਵਿੱਚ ਜਿਹੜਾ ਰਿਸੈਸ਼ਨ ਆਉਂਦਾ ਇੱਕ ਸਾਈਕਲ ਹੈ, ਪੰਜਾਬ ਦੇ ਵਿੱਚ ਵੀ ਇਹ ਕਿਹਾ ਜਾਂਦਾ ਜੀ 10 ਸਾਲਾਂ ਦੇ ਬਾਅਦ ਇੱਕ ਸਾਈਕਲ ਚੱਲਦਾ, ਭਾਵੇਂ ਕਿ ਉਹ ਅੱਤਵਾਦ ਦਾ ਦੌਰ ਕਰਕੇ ਯੂਥ ਨੂੰ ਖਤਮ ਕੀਤਾ ਜਾਂਦਾ ਜਾਂ ਹੁਣ ਚਿੱਟੇ ਦਾ ਦੌਰ ਕਰਕੇ ਖਤਮ ਕੀਤਾ ਜਾਂਦਾ, ਅਤੇ ਸਰਕਾਰਾਂ ਨੂੰ ਹਮੇਸ਼ਾ ਹੀ ਇੱਕ ਕਸੂਰਵਾਰ ਠਹਿਰਾਇਆ ਜਾਂਦਾ ਵੀ ਸਰਕਾਰਾਂ ਇਹ ਕਰਦੀਆਂ ਨੇ। ਕਿ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਜਿਹੜੇ ਇਹਨਾਂ ਚੀਜ਼ਾਂ ਦੇ ਲਈ ਕੰਮ ਕਰਦੇ ਨੇ, ਸੰਘਰਸ਼ ਕਰਦੇ ਨੇ, ਕਿ ਇਹਦਾ ਮਤਲਬ ਉਹ ਕਮਜ਼ੋਰ ਨੇ, ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਕਰ ਰਹੀਆਂ ਨੇ? ਸਮਝ ਪਹਿਲੇ ਮੇਰੇ ਸਵਾਲ ਦਾ ਜਵਾਬ ਦਿਓ। ਸਰਕਾਰ ਕਿਹਦੇ ਤੋਂ ਬਣਦੀ ਹੈ? ਆਮ ਲੋਕਾਂ ਤੋਂ। ਆਮ ਲੋਕਾਂ ਤੋਂ, ਬਿਲਕੁਲ। ਤੇ ਆਮ ਲੋਕ ਸਰਕਾਰ ਤੋਂ, ਸਰਕਾਰ ਆਮ ਲੋਕਾਂ ਤੋਂ, ਦੋਨੇ ਇੱਕ ਸਿੱਕੇ ਦੇ ਦੋ ਪਹਿਲੂ ਨੇ। ਬਿਲਕੁਲ। ਜੇ ਅਸੀਂ 5% ਜਾਂ 2% ਸਾਡਾ ਸਰਕਾਰ ਰਿਪਰੈਜ਼ੈਂਟ ਸਾਨੂੰ ਕਰਦੀ ਆ, ਤਾਂ 98% ਤਾਂ ਆਮ ਜਨਤਾ ਹੈ। ਕਿ ਸਾਨੂੰ ਸੋਚਣਾ ਨਹੀਂ ਚਾਹੀਦਾ ਹੈਗਾ ਕਿ ਅਸੀਂ ਉਹ 2% ਨੂੰ ਕਿੱਧਰ ਨੂੰ ਲੈ ਕੇ ਜਾਣਾ, ਜਾਂ ਉਹ 2% ਲੋਕ ਸੋਚਦੇ ਨੇ ਕਿ ਅਸੀਂ 98% ਆਫ ਆਵਰ ਪਾਪੂਲੇਸ਼ਨ ਨੂੰ ਕਿੱਧਰ ਨੂੰ ਲੈ ਕੇ ਜਾਣਾ। ਸੋ ਕਿਤੇ ਨਾ ਕਿਤੇ ਅਸੀਂ ਜਾਂ ਤਾਂ ਆਪਣੇ ਆਪ ਨੂੰ ਬਿਲਕੁਲ ਉਹ ਸੋਚਦੇ ਹੀ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ, ਕੀ ਨਹੀਂ ਕਰ ਰਹੇ ਹਾਂ। ਮਤਲਬ ਇਹ ਵੀ ਆ ਵੀ ਜਿਹੜੇ 98% ਨੇ, ਜਿਹੜੇ ਆਮ ਲੋਕ ਨੇ, ਉਹ ਜਿਹੜਾ 2% ਜੋ ਕੁਝ ਕਰ ਰਹੇ ਨੇ ਉਸੇ ਬਹਾਅ ਦੇ ਵਿੱਚ ਬਹਿ ਰਹੇ ਨੇ। ਜੇ 98% ਜਾਗਰੂਕ ਹੋ ਜਾਂਦੇ ਨੇ
ਤਾਂ ਉਹ 2% ਕੁਝ ਨਹੀਂ ਕਰ ਸਕਦੇ, ਉਹਦੇ ਨਾਲ ਲਾ ਕੇ ਚੱਲਣਾ ਪੈਣਾ ਹੈ। ਲੇਕਿਨ ਸਾਨੂੰ ਜਾਗਰੂਕਤਾ ਦੀ ਲੋੜ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਨੂੰ। ਔਰ ਸਾਡਾ ਜਿਹੜਾ ਸਾਹਿਤ ਹੈ, ਸਾਡਾ ਸਾਹਿਤਕ ਤੌਰ ਦੇ ਉੱਪਰ ਸਾਨੂੰ ਆਪਣੇ ਆਪ ਨੂੰ ਉੱਚਾ ਕਰਨਾ ਪੈਣਾ ਹੈ। ਸਾਨੂੰ ਇੱਕ ਸਾਨੂੰ ਇੱਕ ਜੇ ਆਪਾਂ ਕਹਿ ਸਕਦੇ ਹਾਂ ਇੱਕ ਆਈਡੀਓਲੋਜੀ ਬਣਾਉਣੀ ਪੈਣੀ ਹੈ ਕਿ ਅਸੀਂ ਅਗਰ ਆਉਣ ਵਾਲੇ 10 ਸਾਲ ਵਿੱਚ ਕੀ ਕਰਨਾ, ਕਿਹੜੇ ਬੰਦੇ ਅਸੀਂ ਮੂਹਰੇ ਰੱਖਣੇ ਨੇ, ਕਿਹੜੇ ਬੰਦੇ ਅਸੀਂ ਲੀਡਰ ਲੈ ਕੇ ਆਉਣੇ ਨੇ। ਲੇਕਿਨ ਉਹ ਅਸੀਂ ਕਿਤੇ ਨਹੀਂ ਸੋਚਦੇ, ਅਸੀਂ ਅੱਖਾਂ ਬੰਦ ਕਰਕੇ ਚੱਲੀ ਜਾ ਰਹੇ ਹਾਂ ਔਰ ਸਾਨੂੰ ਇਹ ਨਹੀਂ ਪਤਾ ਅਸੀਂ ਕਿੱਥੇ ਪਹੁੰਚ ਗਏ ਹਾਂ ਅੱਜ। ਹੁਣ ਜੇ ਦੇਖਿਆ ਜਾਵੇ ਪੰਜਾਬ ਵੱਲ ਝਾਤ ਮਾਰੀਏ, ਜਿੱਥੇ ਤੁਸੀਂ ਹੁਣ ਗੱਲ ਕਰ ਰਹੇ ਹੋ ਵੀ ਕਿਹੜੇ ਲੀਡਰ ਆਪਾਂ ਮੂਹਰੇ ਲੈ ਕੇ ਆਉਣੇ, ਹੁਣ ਜੇ ਆਪਾਂ ਉੱਥੇ ਝਾਤ ਮਾਰ ਲਈਏ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਕੋਲ ਤੁਸੀਂ ਦੇਖ ਲਓ ਕਿਹੜੇ ਨਵੇਂ ਲੀਡਰ ਦਿਸ ਰਹੇ ਆਪਾਂ ਨੂੰ। ਆਪਣੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕਿਹੜੇ ਨਵੇਂ ਲੀਡਰ ਦਿਸ ਰਹੇ ਨੇ। ਹੁਣ ਨਵੀਂ ਪਾਰਟੀ ਇੱਕ ਆਈ ਹੈ ਜਿਹੜੀ ਆਮ ਆਦਮੀ ਪਾਰਟੀ, ਉਹਦੇ ਵਿੱਚ ਕਿਹੜੇ ਨਵੇਂ ਲੀਡਰ ਦਿਸ ਰਹੇ ਨੇ। ਜੀ ਆਪਾਂ ਇਹਨਾਂ ਕੰਟਰੀ 'ਚ ਰਹਿੰਦੇ ਹਾਂ। ਹਾਂਜੀ, ਜਦ ਕੋਈ 2 ਕੰਜ਼ੀਕਿਊਟਿਵ ਇਲੈਕਸ਼ਨਸ ਲੜ ਲੈਂਦਾ, ਉਹਨੂੰ ਕਹਿੰਦੇ ਨੇ ਵੀ ਹੁਣ ਤੁਸੀਂ ਰਿਟਾਇਰ ਹੋ ਗਏ, ਨਵੇਂ ਬੰਦੇ ਨੂੰ ਅੱਗੇ ਆਉਣ ਦਿਓ। ਬਿਲਕੁਲ। ਤਾਂ ਇਹਦਾ ਮਤਲਬ ਅਸੀਂ ਇੱਕ ਵਾਰ ਦੇਖਿਆ ਕਿ ਇਹ ਲੀਡਰ ਸਾਨੂੰ ਜੋ ਅਸੀਂ ਚਾਹੁੰਦੇ ਉਹ ਨਹੀਂ ਮਿਲ ਰਿਹਾ। ਤਾਂ ਉਸ ਤੋਂ ਬਾਅਦ ਸਾਨੂੰ ਚਾਹੀਦਾ ਕਿ ਦੂਸਰੀ ਵਾਰ ਨੂੰ ਮੌਕਾ ਦੇਣ ਤੋਂ ਪਹਿਲਾਂ ਸੋਚੀਏ ਕਿ ਇਹਨੂੰ ਅਸੀਂ ਮੌਕਾ ਦੇਣਾ ਕਿ ਪਿਛਲੇ ਇਹਨੇ ਕੰਮ ਕੀਤਾ ਜਾਂ ਨਹੀਂ ਕੀਤਾ ਹੈ, ਜੋ ਸਾਡੇ ਪੰਥ ਲਈ, ਸਾਡੇ ਉਸ ਖਿੱਤੇ ਲਈ, ਪੰਜਾਬ ਲਈ, ਸਾਡੇ ਲੋਕਾਂ ਲਈ ਕੰਮ ਕੀਤਾ। ਜੇ ਸਾਨੂੰ ਲੱਗਦਾ ਕਿ ਨਹੀਂ ਯਾਰ ਵੀ ਹੈਵ ਟੂ ਕੈਨ ਚੇਂਜ, ਅਸੀਂ ਕਿਉਂ ਉਹਨਾਂ ਲੋਕਾਂ ਨਾਲ ਲੱਗੇ ਬੈਠੇ ਹਾਂ, ਕਿਉਂ ਉਹਨਾਂ ਨੂੰ ਉੱਥੇ ਹੀ ਬਿਠਾਇਆ ਹੋਇਆ ਹੈ, ਅਸੀਂ ਕਿਉਂ ਨਹੀਂ ਚੇਂਜ ਕਰਦੇ। ਸਾਡੇ 'ਚ ਕਿਤੇ ਨਾ ਕਿਤੇ ਕਮੀ ਹੈ, ਅਸੀਂ ਆਪਣੇ ਆਪ ਨੂੰ ਉਹ ਲੀਡਰ ਪੈਦਾ ਨਹੀਂ ਕਰ ਰਹੇ ਹੈਗੇ ਕਿ 50 ਸਾਲ ਹੋ ਗਏ ਨੇ ਅਸੀਂ ਇੱਕੋ ਲੀਡਰਸ਼ਿਪ ਦੇ ਥੱਲੇ ਲੱਗ ਕੇ ਚੱਲੇ ਹੋਏ ਹਾਂ ਔਰ ਉਹੀ ਲੀਡਰਸ਼ਿਪ ਬਦਲ ਕੇ ਆ ਕੇ ਤੇ ਸਾਨੂੰ ਅੱਖਾਂ ਦਿਖਾਉਂਦੇ ਨੇ ਔਰ ਸਾਡੇ ਹੀ ਪੰਜਾਬ ਨੂੰ, ਉਸ ਖਿੱਤੇ ਨੂੰ ਲੁੱਟੀ ਜਾ ਰਹੇ ਨੇ। ਸੋ ਕਿੱਧਰਲੇ ਪਾਸੇ। ਪਰ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਆਪਾਂ ਜੋ ਅੱਜ ਗੱਲ ਕਰ ਰਹੇ ਹਾਂ, ਇਹ ਪੋਲੀਟੀਕਲ ਤੋਂ ਇਲਾਵਾ ਮੇਰੇ ਹਿਸਾਬ ਨਾਲ ਸਾਨੂੰ ਵਿਚਾਰਮਕ, ਸਾਨੂੰ ਅਖਲਾਕੀ ਤੌਰ 'ਤੇ ਸੁਚੇਤੇ ਹੋਣ ਦੀ, ਜਾਗਰੂਕ ਹੋਣ ਦੀ ਲੋੜ ਹੈ, ਨਾ ਕਿ ਪੋਲੀਟੀਕਲ ਜਾਗਰੂਕ ਹੋਣ ਦੀ ਲੋੜ ਹੈ। ਜੇ ਅਸੀਂ ਆਪਣੇ ਆਪ ਨੂੰ ਜਗਾ ਲਾਂਗੇ, ਜਾਗਰੂਕ ਕਰ ਲਾਂਗੇ, ਤਾਂ ਆਟੋਮੈਟਿਕਲੀ ਅਸੀਂ ਆਪਣੀ ਪੋਲੀਟੀਕਲ ਸਿਚੁਏਸ਼ਨ ਨੂੰ ਵੀ ਵਧੀਆ ਬਣਾ ਸਕਦੇ ਹਾਂ। ਵਗੈਰਾ ਜੀ, ਤੁਹਾਡਾ ਇਸ ਚਰਚਾ ਵਿੱਚ ਸ਼ਾਮਲ ਹੋਣ ਲਈ ਧੰਨਵਾਦ। ਦਰਸ਼ਕਾਂ ਨੂੰ ਵੀ ਇਹੀ ਕਹਾਂਗੇ ਵੀ ਬਿਨਾਂ ਸ਼ੱਕ ਜਿਹੜਾ ਜੂਨ ਦਾ ਇਹ ਪਹਿਲਾ ਹਫ਼ਤਾ ਸਿੱਖ ਕੌਮ ਲਈ ਬੜਾ ਹੀ ਮਹੱਤਵਪੂਰਨ ਹਫ਼ਤਾ ਹੈ। ਜਿਹੜੇ ਇਸ ਸਮੇਂ ਤੋਂ ਇਸ ਦੌਰ ਵਿੱਚੋਂ ਨਿਕਲੇ ਨੇ, ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਦੇ ਆ। ਪਰ ਦੂਸਰੇ ਪਾਸੇ ਉਹਨਾਂ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ, ਖਾਸ ਕਰਕੇ ਜਿਹੜੇ ਕਿ ਆਪਾਂ ਵੱਡੇ ਸਮਾਗਮ ਕਰਦੇ, ਉਹਨਾਂ ਸਮਾਗਮਾਂ ਤੋਂ ਉੱਪਰ ਉੱਠਣ ਦੀ ਲੋੜ ਹੈ। ਸੁਹਿਰਦਤਾ ਦੇ ਨਾਲ ਉਹਨਾਂ ਲੋਕਾਂ ਨੂੰ ਲਈ ਕੰਮ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਇਸ ਕਾਲੇ ਦੌਰ ਦੇ ਵਿੱਚੋਂ ਆਪਣੇ ਆਪ, ਆਪਣੇ ਘਰ ਬਾਹਰ ਗਵਾ ਲਏ ਤੇ ਆਪਣੇ ਪਰਿਵਾਰ ਗਵਾ ਲਏ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।